Hello students, how are you? We are reading fifth lesson on giving advice and we have read so far ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. Today we will complete this lesson. Let's read. If we try to examine ourselves, we shall find that the mind is pleased when it takes part in any action. It gives the human mind an idea of our own perfections and abilities. This natural pride and ambition of the soul is very much satisfied in the reading of a fable. In the reading of a fable, the reader is involved in half of the performance. Everything appears to him like a discovery of his own. He is busy all the while in applying characters and circumstances. In olden days, wise men gave advice to their kings through fables. Birbal used to advise Akbar by fables. There is one good example of this nature in a Turkish tale. ਜੇਕਰ ਅਸੀਂ ਖੁਦ ਦੀ ਜਾਂਚ ਕਰਦੇ ਹਾਂ, ਜੇਕਰ ਅਸੀਂ ਖੁਦ ਦਾ ਨਿਰੀਖਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਕੀ ਪਤਾ ਲੱਗੇਗਾ ਕਿ ਸਾਡਾ ਮਨ ਉਦੋਂ ਖੁਸ਼ ਹੁੰਦਾ ਹੈ, ਉਦੋਂ ਪਲੀਜ਼ਡ ਹੁੰਦਾ ਹੈ ਜਦੋਂ ਉਹ ਕਿਸੇ ਕੰਮ ਦੇ ਵਿੱਚ ਹਿੱਸਾ ਲੈਂਦਾ ਹੈ. ਔਰ ਜਦੋਂ ਕਿਸੇ ਕੰਮ ਦੇ ਵਿੱਚ ਹਿੱਸਾ ਲੈਂਦਾ ਹੈ ਤਾਂ ਉਸ ਦੇ ਨਾਲ ਮਨੁੱਖੀ ਦਿਮਾਗ ਨੂੰ ਇੱਕ ਵਿਚਾਰ ਮਿਲਦਾ ਹੈ, ਇੱਕ ਆਈਡੀਆ ਮਿਲਦਾ ਹੈ ਆਪਣੀ ਪਰਫੈਕਸ਼ਨਸ ਦਾ, ਆਪਣੀ ਸੰਪੂਰਨਤਾ ਦਾ ਔਰ ਆਪਣੀ ਯੋਗਤਾਵਾਂ ਦਾ. ਔਰ ਜੋ ਆਤਮਾ ਦਾ ਜੋ ਪ੍ਰਾਈਡ ਹੈ, ਜੋ ਆਤਮਾ ਦਾ ਜੋ ਅਭਿਮਾਨ ਹੈ, ਜੋ ਆਤਮਾ ਦੀ ਇੱਛਾ ਹੈ, ਉਹ ਸੰਤੁਸ਼ਟ ਹੋ ਜਾਂਦੀ ਹੈ, ਸੈਟਿਸਫਾਈਡ ਹੋ ਜਾਂਦੀ ਹੈ. ਕਿਸ ਨੂੰ ਪੜ੍ਹ ਕੇ? ਇੱਕ ਫੈਬਲ ਨੂੰ ਪੜ੍ਹ ਕੇ, ਇੱਕ ਸਾਖੀ ਨੂੰ ਪੜ੍ਹ ਕੇ, ਇੱਕ ਮਨ ਘੜੰਤ ਕਹਾਣੀ ਨੂੰ ਪੜ੍ਹ ਕੇ. ਔਰ ਇੱਕ ਕਹਾਣੀ ਨੂੰ ਪੜ੍ਹਨ ਦੇ ਵਿੱਚ ਇਨ ਦਾ ਰੀਡਿੰਗ ਆਫ ਅ ਫੈਬਲ, ਇੱਕ ਕਹਾਣੀ ਨੂੰ ਪੜ੍ਹਨ ਦੇ ਨਾਲ ਨਾਲ ਜੋ ਰੀਡਰ ਹੈ, ਜੋ ਪਾਠਕ ਹੈ, ਉਹ ਇਨਵੋਲਵਡ ਹੋ ਜਾਂਦਾ ਹੈ. ਕਿਸ ਦੇ ਵਿੱਚ ਇਨਵੋਲਵਡ ਹੋ ਜਾਂਦਾ ਹੈ? ਉਸ ਪਰਫੋਰਮੈਂਸ ਦੇ ਅੱਧੇ ਹਿੱਸੇ ਵਿੱਚ. ਉਸ ਫੈਬਲ ਨੂੰ ਪੜ੍ਹ ਕੇ ਜੋ ਰੀਡਰ ਹੈ ਉਹ ਇਨਵੋਲਵਡ ਹੋ ਜਾਂਦਾ ਹੈ ਉਸ ਪਰਫੋਰਮੈਂਸ ਦੇ ਹਾਫ ਦੇ ਵਿੱਚ. ਕਹਿਣ ਦਾ ਮਤਲਬ ਉਹ ਹਿੱਸੇਦਾਰ ਬਣ ਜਾਂਦਾ ਹੈ. ਐਵਰੀਥਿੰਗ ਅਪੀਅਰਸ ਟੂ ਹਿਮ ਲਾਈਕ ਅ ਡਿਸਕਵਰੀ ਆਫ ਹਿਜ਼ ਓਨ. ਔਰ ਹਰ ਚੀਜ਼ ਉਸ ਨੂੰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਉਸ ਦੀ ਆਪਣੀ ਖੋਜ ਹੋਵੇ. ਔਰ ਉਹ ਬਿਜ਼ੀ ਰਹਿੰਦਾ ਹੈ ਕੀ ਕਰਨ ਦੇ ਵਿੱਚ? ਉਹਨਾਂ ਸਾਰੇ ਕਰੈਕਟਰਸ, ਉਹਨਾਂ ਸਾਰੇ ਸਰਕਮਸਟਾਂਸਿਸ, ਉਹਨਾਂ ਸਾਰੇ ਚਰਿੱਤਰਾਂ, ਉਹਨਾਂ ਸਾਰੇ ਪਰਿਸਥਿਤੀਆਂ ਨੂੰ ਲਾਗੂ ਕਰਨ ਦੇ ਵਿੱਚ ਉਹ ਰੁੱਝਿਆ ਰਹਿੰਦਾ ਹੈ. ਇਨ ਓਲਡਨ ਡੇਜ਼, ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ? ਜੋ ਬੁੱਧੀਮਾਨ ਲੋਕ ਸਨ ਉਹ ਆਪਣੇ ਰਾਜਿਆਂ ਨੂੰ ਸਲਾਹ ਦਿੰਦੇ ਸਨ. ਕਿਸ ਦੇ ਥਰੂ? ਫੈਬਲ ਦੇ ਥਰੂ. ਸਾਖੀ ਸੁਣਾ ਕੇ, ਕਹਾਣੀ ਪੜ੍ਹ ਕੇ, ਮਨ ਘੜੰਤ ਕਹਾਣੀ ਸੁਣਾ ਕੇ. ਔਰ ਬਿਰਬਲ ਵੀ ਫੈਬਲ ਦੇ ਰਾਹੀਂ ਅਕਬਰ ਨੂੰ ਸਲਾਹ ਦਿਆ ਕਰਦਾ ਸੀ. ਔਰ ਇੱਕ ਚੰਗੀ ਉਦਾਹਰਨ ਹੈ ਕਿਸ ਬਾਰੇ? ਇੱਕ ਤੁਰਕੀ ਕਹਾਣੀ ਦੇ ਵਿੱਚ, ਤੁਰਕੀ ਦੀ ਕਹਾਣੀ ਵਿੱਚ ਇੱਕ ਚੰਗਾ ਉਦਾਹਰਨ ਹੈ. ਉਹ ਅੱਗੇ ਕਹਾਣੀ ਦਿੱਤੀ ਹੈ. The Sultan Mahmud of Turkey had fought many wars with other kings. He was very cruel at home. He filled his kingdom with ruin and desolation. Half of the Persian population was destroyed. The vizier of this great sultan had pretended to have learned to understand the language of birds. One day the vizier was returning from hunting with the sultan. They saw a group of owls. The sultan wanted to know what the two owls were saying to each other. He ordered his vizier to listen to their talk and give him an account of it. The vizier went near the tree on which the owls sat. He pretended to be very attentive to the owls. ਉਹ ਕਹਾਣੀ ਕੀ ਹੈ? ਸੁਲਤਾਨ ਦਾ ਨਾਮ ਸੀ ਮਹਿਮੂਦ. ਤੁਰਕੀ ਦਾ ਮਹਿਮੂਦ ਨਾਮ ਦਾ ਸੁਲਤਾਨ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਦੂਸਰੇ ਰਾਜਿਆਂ ਦੇ ਨਾਲ. ਔਰ ਉਹ ਬੜਾ ਕਰੂਲ ਸੀ,
ਬਹੁਤ ਜ਼ਾਲਮ ਸੀ ਆਪਣੇ ਦੇਸ਼ ਦੇ ਵਿੱਚ, ਔਰ ਉਸਨੇ ਆਪਣੇ ਕਿੰਗਡਮ ਨੂੰ, ਰਾਜ ਨੂੰ ਤਬਾਹੀ ਦੇ ਨਾਲ, ਰਿਊਨ ਐਂਡ ਡੈਸੋਲੇਸ਼ਨ, ਤਬਾਹੀ ਦੇ ਨਾਲ ਭਰ ਦਿੱਤਾ। ਔਰ ਜੋ ਹਾਫ ਆਫ ਦੀ ਪਰਸੈਂਟ ਪਾਪੂਲੇਸ਼ਨ ਸੀ, ਜੋ ਈਰਾਨ ਦੀ ਜੋ ਦੀ ਆਬਾਦੀ ਸੀ, ਉਹ ਬਰਬਾਦ ਹੋ ਗਈ ਸੀ। ਔਰ ਜੋ ਇਸ ਮਹਾਨ ਸੁਲਤਾਨ ਦਾ ਜੋ ਵਜ਼ੀਰ ਸੀ, ਉਸਨੇ ਪ੍ਰਿਟੈਂਡਡ ਕੀਤਾ ਸੀ, ਉਸਨੇ ਬਹਾਨਾ ਬਣਾਇਆ ਹੋਇਆ ਸੀ। ਕਿਸ ਦਾ ਉਸਨੇ ਬਹਾਨਾ ਕੀਤਾ ਸੀ? ਟੂ ਹੈਵ ਲਰਨ ਟੂ ਅੰਡਰਸਟੈਂਡ ਦੀ ਲੈਂਗੁਏਜ ਆਫ ਬਰਡਸ, ਕਿ ਉਸ ਨੂੰ ਲੈਂਗੁਏਜ ਆਫ ਬਰਡਸ, ਜਾਨਵਰਾਂ ਦੀਆਂ ਭਾਸ਼ਾਵਾਂ ਸਿੱਖ ਲਈਆਂ ਸਨ। ਵਨ ਡੇ ਦੀ ਵਜ਼ੀਰ ਵਾਸ ਰਿਟਰਨਿੰਗ ਫਰੋਮ ਹੰਟਿੰਗ ਵਿਦ ਦੀ ਸੁਲਤਾਨ। ਇੱਕ ਦਿਨ ਵਜ਼ੀਰ ਸ਼ਿਕਾਰ ਕਰਕੇ ਵਾਪਸ ਆਪਣੇ ਸੁਲਤਾਨ ਨਾਲ ਆ ਰਿਹਾ ਸੀ, ਔਰ ਉਹਨਾਂ ਨੇ ਕੀ ਵੇਖਿਆ? ਇੱਕ ਉੱਲੂਆਂ ਦਾ ਗਰੁੱਪ ਦੇਖਿਆ। ਦ ਸੁਲਤਾਨ ਵਾਂਟਡ ਟੂ ਨੋ ਦੈਟ ਦੀ ਟੂ ਆਲਸ ਵਰ ਸੇਇੰਗ ਟੂ ਈਚ ਅਦਰ। ਔਰ ਸੁਲਤਾਨ ਜਾਣਨਾ ਚਾਹੁੰਦਾ ਸੀ ਕਿ ਉਹ ਦੋਵੇਂ ਜੋ ਉੱਲੂ ਸਨ, ਉਹ ਇੱਕ ਦੂਸਰੇ ਨੂੰ ਕੀ ਕਹਿ ਰਹੇ ਸਨ। ਔਰ ਉਸਨੇ ਹੁਕਮ ਦਿੱਤਾ ਆਪਣੇ ਵਜ਼ੀਰ ਨੂੰ ਕਿ ਉਹਨਾਂ ਦੀ ਗੱਲ ਸੁਣੇ, ਔਰ ਜਾ ਕੇ ਔਰ ਉਸ ਨੂੰ ਆ ਕੇ ਦੱਸੇ, ਜੋ ਵੀ ਉਹ ਵੇਰਵਾ ਹੈ ਉਸ ਨੂੰ ਆ ਕੇ ਦੱਸੇ। ਔਰ ਵਜ਼ੀਰ ਦਰਖਤ ਦੇ ਲਾਗੇ ਗਿਆ ਜਿਸ 'ਤੇ ਉੱਲੂ ਬੈਠੇ ਹੋਏ ਸਨ, ਔਰ ਉਸਨੇ ਬਹਾਨਾ ਕੀਤਾ ਧਿਆਨ ਨਾਲ ਸੁਣਨ ਦਾ। ਉਹਨਾਂ ਉੱਲੂਆਂ ਦੀ ਗੱਲ ਨੂੰ ਧਿਆਨ ਨਾਲ ਸੁਣਨ ਦਾ ਉਸਨੇ ਬਹਾਨਾ ਕੀਤਾ। ਹੀ ਦੈਨ ਕੇਮ ਟੂ ਦੀ ਸੁਲਤਾਨ and told him that he had heard a part of the conversation between the two owls। ਫਿਰ ਉਹ ਵਾਪਸ ਆਇਆ ਸੁਲਤਾਨ ਕੋਲ, ਔਰ ਉਸਨੇ ਦੱਸਿਆ ਜੋ ਕੁਝ ਉਸਨੇ ਸੁਣਿਆ ਸੀ, ਉਹਨਾਂ ਦੋਵਾਂ ਉੱਲੂਆਂ ਦੀ ਜੋ ਵਿਚਾਲੇ ਜੋ ਡਿਸਕਸ ਹੋਈ ਸੀ, ਉਸਨੇ ਆ ਕੇ ਦੱਸਿਆ। ਵਨ ਆਫ ਥੀਸ owls had a son। ਉਹਨਾਂ ਵਿੱਚੋਂ ਇੱਕ ਦਾ ਲੜਕਾ ਸੀ ਔਰ ਦੂਸਰੇ ਦੀ ਇੱਕ ਲੜਕੀ ਸੀ। ਔਰ ਦੇ ਵਾਂਟਡ ਟੂ ਸੈਟਲ ਅ ਮੈਰਿਜ। ਔਰ ਉਹ ਮੈਰਿਜ ਕਰਨਾ ਚਾਹੁੰਦੇ ਸਨ। ਕਿਸ ਦੇ ਵਿਚਾਲੇ? ਲੜਕੇ ਔਰ ਲੜਕੀ ਦੇ ਵਿਚਾਲੇ। ਉਹ ਲੜਕੇ ਔਰ ਲੜਕੀ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਨਣਾ ਚਾਹੁੰਦੇ ਸਨ। ਦ ਫਾਦਰ ਆਫ ਦੀ ਸਨ ਟੋਲਡ ਦ ਫਾਦਰ ਆਫ ਦੀ ਡਾਟਰ। ਔਰ ਉਸ ਲੜਕੇ ਦੇ ਪਿਤਾ ਨੇ ਲੜਕੀ ਦੇ ਪਿਤਾ ਨੂੰ ਕਿਹਾ, ਉਸ ਲੜਕੇ ਦੇ ਪਿਤਾ ਨੇ ਲੜਕੀ ਦੇ ਪਿਤਾ ਨੂੰ ਕੀ ਕਿਹਾ ਕਿ ਹੀ ਵੁੱਡ ਕੰਸੈਂਟ ਟੂ ਦ ਮੈਰਿਜ, ਕਿ ਉਹ ਸਹਿਮਤੀ ਦੇਵੇਗਾ ਮੈਰਿਜ ਦੀ, ਜੇਕਰ ਹੀ ਵੁੱਡ ਸੈਟਲ ਅਪੋਨ ਹਿਜ਼ ਡਾਟਰ, ਜੇਕਰ ਉਹ ਤੈਅ ਕਰੇ ਕਿ ਹਿਜ਼ ਡਾਟਰ 50 ruined villages for her dowry, ਕਿ ਉਹ ਦਾਸ ਦੇ ਵਿੱਚ, ਉਹ ਆਪਣੀ ਲੜਕੀ ਦੇ ਦਾਸ ਦੇ ਵਿੱਚ 50 ਉਜੜੇ ਹੋਏ ਪਿੰਡ ਦੇਵੇ, ਤਾਂ ਉਹ ਸਹਿਮਤੀ ਦੇਵੇਗਾ ਵਿਆਹ ਦੀ। ਦ ਫਾਦਰ ਆਫ ਦੀ ਡਾਟਰ ਸੈਡ ਇਨ ਹਿਜ਼ ਰਿਪਲਾਈ। ਔਰ ਬਦਲੇ ਵਿੱਚ ਜਵਾਬ ਕੀ ਮਿਲਿਆ ਉਸ ਲੜਕੀ ਦੇ ਪਿਤਾ ਵੱਲੋਂ ਕਿ ਹੀ ਵੁੱਡ ਗਿਵ ਹਰ 500 ਵਿਲੇਜਸ ਇਨ ਪਲੇਸ ਆਫ 50, ਕਿ ਉਹ 50 ਦੀ ਬਜਾਏ ਉਸ ਨੂੰ 500 ਉਜੜੇ ਹੋਏ ਪਿੰਡ ਦੇਵੇਗਾ। ਦ ਫਾਦਰ ਆਫ ਦੀ ਸਨ ਡਿਡ ਨਾਟ ਵਾਂਟ ਰਿਊਨਡ ਵਿਲੇਜਸ। ਔਰ ਲੜਕੇ ਦਾ ਪਿਤਾ ਇੰਨੀ ਉਜੜੇ ਹੋਏ ਪਿੰਡ ਨਹੀਂ ਚਾਹੁੰਦਾ ਸੀ, ਕਿਉਂਕਿ ਉਹ 50 ਉਜੜੇ ਹੋਏ ਪਿੰਡ ਤਾਂ ਵਸਾ ਸਕਦਾ ਸੀ, ਲੇਕਿਨ ਇੰਨੇ ਜ਼ਿਆਦਾ ਉਜੜੇ ਹੋਏ ਪਿੰਡ ਉਹ ਕਿਵੇਂ ਵਸਾ ਸਕਦਾ ਸੀ। ਦੀ ਫੈਬਲ ਟੈਲਸ ਅਸ। ਇਹ ਫੈਬਲ ਸਾਨੂੰ ਦੱਸਦੀ ਹੈ ਕਿ ਸੁਲਤਾਨ ਵਾਸ ਸੋ ਟਚਡ ਬਾਈ ਦੀ ਫੈਬਲ। ਜਿਹੜਾ ਸੁਲਤਾਨ ਸੀ ਉਹ ਬਹੁਤ ਪ੍ਰਭਾਵਿਤ ਹੋਇਆ ਉਸ ਫੈਬਲ ਤੋਂ। ਔਰ ਹੀ ਰੀਬਿਲਡ ਦ ਟਾਊਨਸ ਆਫ ਦੀ ਵਿਲੇਜਸ ਵਿਚ ਹੈਡ ਬੀਨ ਡਿਸਟਰੋਇਡ। ਔਰ ਜੋ ਉਸਨੇ ਬਰਬਾਦ ਕੀਤੇ ਸਨ, ਜੋ ਨਗਰ, ਜੋ ਪਿੰਡ ਉਸਨੇ ਬਰਬਾਦ ਕੀਤੇ ਸਨ, ਉਹਨਾਂ ਨੂੰ ਦੁਬਾਰਾ ਵਸਾਇਆ। ਫਰੋਮ ਦੈਟ ਟਾਈਮ, ਉਸ ਸਮੇਂ ਤੋਂ ਹੀ ਆਲਵੇਜ਼ ਵਰਕਡ, ਉਸਨੇ ਹਮੇਸ਼ਾ ਕੰਮ ਕੀਤਾ ਕਿਸ ਦੀ ਭਲਾਈ ਦੇ ਲਈ? ਫੋਰ ਦਾ ਵੈਲਫੇਅਰ ਆਫ ਹਿਸ ਪੀਪਲ, ਆਪਣੀ ਜਨਤਾ ਦੀ ਭਲਾਈ ਦੇ ਲਈ। ਥੈਂਕਸ।